अस्सलाम वालेकुम। ਅੱਜ ਤੁਹਾਨੂੰ ਫੈਸਲਾਬਾਦ ਦੇ ਨੁਸਰਤ ਫਤਿਹ ਅਲੀ ਐਡੀਟੋਰੀਅਮ ਲੈ ਚੱਲਦੇ ਹਾਂ, ਜਿੱਥੇ ਪੰਜਾਬੀ ਲੋਕ ਮੇਲੇ ਦਾ ਇਨਕਾਦ ਕੀਤਾ ਗਿਆ ਹੈ। ਅੱਜ ਦਾ ਮੌਜੂ ਹੈ ਵਾਰਿਸ ਸ਼ਾਹ ਦੇ ਹੀਰ ਰਾਂਝੇ ਦੇ ਮੁਤਲਕ ਗੱਲਬਾਤ ਹੋਏਗੀ। ਇਸ ਪ੍ਰੋਗਰਾਮ ਦਾ ਨਾਮ ਹੈ ਪੰਜਾਬੀ ਲੋਕ ਸਲੀਕ ਮੇਲਾ। ਤਾਂ ਆਓ ਫਿਰ ਤੁਹਾਡੇ ਨਾਲ ਅਸੀਂ ਵੀ ਸੁਣਦੇ ਹਾਂ। बहुत शुक्रिया। ਫੈਮਿਨਿਨ ਪਰਸਪੈਕਟਿਵ ਔਰ ਇੱਕ ਐਂਟੀ ਪੈਟਰੀਆਰਕਲ ਪਰਸਪੈਕਟਿਵ ਨੂੰ ਕਿੰਨਾ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ, ਇੱਕ ਸੈਂਟਰ ਬਣਾਇਆ ਗਿਆ, ਉਹਨੂੰ ਆਪਣੀ ਪ੍ਰੈਕਟਿਸ ਦੇ ਵਿੱਚ ਵੀ, ਆਪਣੀ ਸੁਲੇਖ ਦੇ ਵਿੱਚ ਵੀ, ਔਰ ਸਾਡਾ ਜਿਹੜਾ ਰਿਸਰਚਰਸ ਔਰ ਐਨਾਲਿਸਿਸ ਔਰ ਸਾਡਾ ਕੰਮ ਇੱਕ ਕਮਿਊਨਿਟੀ ਅਸੀਂ ਬਣਾਈ ਹੈ ਪੰਜਾਬੀ ਬੋਲੀ ਦੇ ਨਾਲ ਜੁੜੇ ਹੋਏ ਲੋਕਾਂ ਦੀ। ਉਹ पूरी रेजिस्टेंस दिखाई है और औरत की पूरी सख्त और बल और नज़ामत जी जिस वक्त सारा काजमी ने गल की है, वो मतलब एक बड़ा अहम पक्ष है कि हीर जिस उस दबे और पकड़े समाज किस तरह नितर के आती और वारिस शाह किवें उसनूं बिताते हैं। इस पक्ष के बारे में बहुत अगर एक गल फैलती पूरे पंजाब की और गल इस अख नाल इस हवाले नाल देखा जाता तो हो सकता कि साडी अज औरत कितनी ताकत होंदी। बनाया गया सी ਉਹਦੇ ਲਈ ਜਿਹੜਾ ਨਾਗ ਰੱਸਾ ਬਣ ਕੇ ਵਰਤਿਆ ਗਿਆ ਸੀ ਉਹ ਬਾਸ਼ਿਕ ਨਾਗ ਹੈ। ਉਹ ਵਸੂਕੀ ਵੀ ਕਹਿੰਦੇ ਨੇ ਉਹਨੂੰ, ਜਿਹੜੀ ਤੁਸੀਂ ਥੋੜੀ ਪ੍ਰੋਨੰਸੀਏਸ਼ਨ ਮੁਖਤਲਿਫ। ਤੇ ਕੁਰਾਨ ਦੀ ਆਇਤ ਦੇ ਨਾਲ ਬਾਸ਼ਿਕ ਨੂੰ ਜੋੜ ਕੇ ਲੌ ਕਲਮ, ਜੋ ਕਿ ਇੱਕ ਸੂਫੀ ਰੀਤ ਦੇ ਵਿੱਚ ਉਹਦੀ ਬਹੁਤ ਥਾਂ ਹੈ, ਲੇਕਿਨ ਲੌ ਕਲਮ ਲਿਟਰਲੀ ਪੈਨ ਤੇ ਪੇਪਰ ਹੈ, ਉਹ ਵੀ ਹੈ, ਤੇ ਉਹ ਆਪਣੀ ਤਕਦੀਰ ਲਿਖਣ ਔਰ ਇਨਸਾਨੀ ਹਿਸਟਰੀ ਦੀ ਵੀ ਦਾ ਵੀ ਹਵਾਲਾ। ਤੇ ਕੀ ਔਰ ਜ਼ਮੀਨ ਔਰ ਆਸਮਾਨ ਯਾਨੀ ਮਟੀਰੀਅਲ ਜੋ ਕੁਝ ਹੈ ਉਹਨੂੰ ਵੀ ਹੀਰ ਵਰਤ ਰਹੀ ਹੈ। ਸੋ ਕਿਸ ਤਰ੍ਹਾਂ ਦੀ ਕੀ ਉਹ ਆਈਡੀਓਲੋਜੀ ਸੀ, ਕੀ ਉਸ ਫਿਲੋਸਫੀ ਦੀ ਕਿੰਨਾ ਅਸਾਰ ਸੀ ਕਿ ਜਿਸ ਕਿਸ ਥਾਂ ਤੋਂ ਤੁਸੀਂ ਆਪਣੀ ਸਿਆਸਤ ਦੇ ਲਈ ਔਰ ਆਪਣੀ ਆਜ਼ਾਦੀ ਦੇ ਲਈ ਔਰ ਫਿਤਰਸ਼ਾਹੀ ਨੂੰ ਇੱਕ ਤਰ੍ਹਾਂ ਤਨਕੀਦ ਉਹਦੇ 'ਤੇ ਕਰਨ ਲਈ, ਉਹਦੇ ਖਿਲਾਫ ਲੜਨ ਲਈ ਕੀ ਕੁਛ ਵਰਤ ਸਕਦੇ ਸੀ ਤੁਸੀਂ। ਸੋ ਇੱਕ ਪੂਰੀ ਵੋਕੈਬਲਰੀ, ਕਿਉਂਕਿ ਅੱਜ ਕੱਲ੍ਹ ਮੈਨੂੰ ਲੱਗਦਾ ਹੈ ਕਿ ਫੈਮਿਨਿਸਟ ਮੂਵਮੈਂਟ ਦੇ ਕੋਲ ਵੋਕੈਬਲਰੀ ਦਾ ਘਾਟਾ ਹੈ। ਵੋਕੈਬਲਰੀ ਸਿਰਫ ਉਹੀਓ ਹੈ ਜਿਹੜੀ ਬਾਹਰੋਂ ਮਿਲ ਰਹੀ ਹੈ ਜਾਂ ਲਿਬਰਲ ਫੈਮਿਨਿਜ਼ਮ ਤੋਂ ਮਿਲ ਰਹੀ ਹੈ, ਤੇ ਇਹ ਕਿੱਥੇ ਵੋਕੈਬਲਰੀ ਸਾਨੂੰ ਮਿਲ ਸਕਦੀ ਹੈ ਹੀਰ ਦੀ। ਇਹਦੇ ਵਿੱਚ ਜਿਹੜਾ ਜਵਾਬ ਵੀ ਜੋ ਬਹੁਤ ਮਸ਼ਹੂਰ ਹੈ ਐਸੇ ਹੀ ਡਾਇਲੋਗ ਦੇ ਵਿੱਚ, ਫਿਰ ਮੈਂ ਉਹਦੇ ਨਾਲ ਆਪਣੀ ਗੱਲ ਫਿਲਹਾਲ ਖਤਮ ਕਰਾਂਗੀ। ਉਹ ਕਾਜ਼ੀ ਦਾ ਜਿਹੜਾ ਆਖਰੀ ਜਵਾਬ ਹੈ, ਕਾਜ਼ੀ ਆਖਿਆ ਹੈ ਜੇ ਰੋੜ ਪੱਕਾ, ਇਹ ਪੱਕਾ ਰੋੜਾ ਹੈ ਹੀਰ ਝਗੜਿਆਂ ਨਾਲ ਨਾ ਹਾਰਦੀ ਏ, ਲਿਆਓ ਪੜੋ ਨਿਕਾਹ ਮੂੰਹ ਬੰਨ ਇਸਦਾ ਕਿੱਸਾ ਕੋਈ ਫਸਾਦ ਗੁਜ਼ਾਰਦੀ ਏ, ਛੱਡ ਮਸਜਿਦਾਂ ਦਾਇਰਿਆਂ ਵਿੱਚ ਵੜਦੀ, ਛੱਡ ਬੱਕਰੀਆਂ ਸੂਰੀਆਂ ਚਾਰਦੀ ਏ, ਵਾਰਿਸ ਸ਼ਾਹ ਮਧਾਣੀ ਏ ਹੀਰ ਜੱਟੀ, ਇਸ਼ਕ ਦਹੀਂ ਦਾ ਘਿਓ ਨਤਾਰਦੀ ਏ। ਸੋ ਕਿਵੇਂ ਉਹਦੇ ਵਿੱਚ ਕਾਜ਼ੀ ਨੇ ਆਖਿਰ ਇਹ ਕਿਹਾ ਕਿ ਮੈਂ ਉਹ ਇਹਨਾਂ ਆਲਮ ਸਾਰੀ ਉਹਦੇ ਕੋਲ ਜਿਹੜੀ ਇੱਕ ਤੁਸੀਂ ਕਹੋਗੇ ਜਿੰਨਾ ਉਸ ਵੇਲੇ ਦੀ ਜੋ ਵੀ ਐਜੂਕੇਸ਼ਨ ਹੈ, ਉਹਦੇ ਕੋਲ ਰਿਲੀਜੀਅਸ ਅਥਾਰਟੀ ਤੋਂ ਇਲਾਵਾ ਸਟੇਟ ਦੀ ਵੀ ਅਥਾਰਟੀ ਹੈ, ਕਿਉਂਕਿ ਮੁਗਲ ਦੌਰ ਔਰ ਉਸ ਤੋਂ ਬਾਅਦ ਕਾਜ਼ੀ ਜੱਜ ਵੀ ਸੀ, ਉਹ ਉਹਨੂੰ ਹਰਾ ਨਹੀਂ ਸਕਦਾ। ਉਹਦੀ ਜਿਹੜੀ ਇੰਨੀ ਪਾਵਰ ਹੈ ਉਹਦੇ ਵਿੱਚ, ਜਿਹੜੀ ਤੁਸੀਂ ਕਹਿੰਦੇ ਹੋ ਡਿਬੇਟ ਕਰਨ ਦੀ, ਜਾਂ ਜਿਵੇਂ ਬੋਲੀ ਹੀ ਤੇ ਸਖਤ ਹੈ ਔਰ ਤਾਕਤ ਹੈ ਕਿਸੇ ਦੀ ਕਿ ਤੁਸੀਂ ਆਪਣੇ ਆਪ ਕੇਸ ਖਲੋ ਕੇ ਲੜ ਸਕਦੇ ਹੋ, ਆਪਣੇ ਹੱਕ ਲਈ ਲੜ ਸਕਦੇ ਹੋ। ਤੇ ਜਿਹੜੀ ਆਖਰੀ ਲਾਈਨ ਵਾਰਿਸ ਸ਼ਾਹ ਮਧਾਣੀ ਹੈ ਹੀਰ ਜੱਟੀ, ਇਸ਼ਕ ਦਹੀਂ ਦਾ ਘਿਓ ਨਤਾਰਦੀ ਹੈ, ਕਿ ਇਹ ਸਾਰਿਆਂ ਨੂੰ ਪਤਾ ਹੈ ਕਿ ਘਿਓ ਕਿਵੇਂ ਬਣਦਾ ਹੈ, ਉਹ ਦਹੀਂ ਤੋਂ ਸਿੱਧਾ ਤੇ ਡਰਿਆ ਕਿਸ ਤਰ੍ਹਾਂ ਬਣਾ ਰਹੀ ਹੈ। ਉਹ ਇੱਕ ਇਹੀ ਗੱਲ ਕਰ ਰਹੇ ਨੇ, ਸਵਾਲ ਪੁੱਛ ਰਹੇ ਨੇ ਕਿ ਘਿਓ ਬਣਾਉਣ ਦਾ ਤਰੀਕਾ ਹੈ, ਤੁਸੀਂ ਮੱਖਣ ਕੱਢੋਗੇ ਫਿਰ। ਤੇ ਇੱਕ ਤਰ੍ਹਾਂ ਹੀਰ ਜਿਹੜਾ ਹੈ ਉਹ ਇੰਪੋਸੀਬਲ ਕੰਮ ਕਰਕੇ ਵਿਖਾਇਆ, ਔਰ ਉਸ ਇੰਪੋਸੀਬਲ ਕੰਮ ਦੇ ਵਿੱਚ ਇਹ ਵੀ ਹੈ ਕਿ ਇੱਕ ਤਰ੍ਹਾਂ ਵਾਰਿਸ ਸ਼ਾਹ ਆਪ ਕਹਿ ਰਿਹਾ ਹੈ
ਕਿ ਮੈਨੂੰ ਇਹਦੇ ਲਈ ਗੱਲ ਕਰਨ ਦੀ ਲੋੜ ਨਹੀਂ ਹੈ, ਜਾਂ ਮੈਂ ਐਜ਼ ਆਥਰ ਇਹਦੇ ਲਈ ਆ ਕੇ ਕੋਈ ਕੇਸ ਨਹੀਂ ਪੇਸ਼ ਕਰ ਰਿਹਾ। ਇਹ ਕਹਾਣੀ ਇਸ ਤਰ੍ਹਾਂ ਦੀ ਨਹੀਂ ਹੈ ਕਿ ਜੀ ਔਰਤ ਕੋਲ, ਜਨਾਨੀ ਕੋਲ ਆਵਾਜ਼ ਨਹੀਂ ਹੁੰਦੀ ਤੇ ਕਿਸੇ ਮਰਦ ਨੂੰ ਆ ਕੇ ਲਿਖਣੀ ਪਏਗੀ ਉਹਦੇ ਲਈ ਕਿ ਵਾਰਿਸ ਸ਼ਾਹ ਲਿਖ ਰਿਹਾ। ਉਹ ਕਹਿ ਰਹੇ ਇਹ ਤੇ ਆਪ ਹੀ ਇਹਦੇ ਕਮਾਲ ਕਰ ਰਹੀ ਹੈ ਤੇ ਆਪ ਹੀ ਇਸ ਤਰ੍ਹਾਂ ਮਿਰੇਕਲ ਕਰ ਸਕਦੀ ਹੈ। ਅਰਮਾਨ ਦਿੰਦੇ ਨੇ। ਔਰ ਇਸ ਦਫਾ ਜਿਹੜਾ 7ਵਾਂ ਸਲੇਕ ਮੇਲਾ ਹੈ ਉਹਦੇ 'ਚ ਮੈਂ ਦੇਖਿਆ ਕਿ ਕਾਫੀ ਧੁੰਮ ਜਿਹੜੀ ਹੈ ਮੱਚ ਗਈ ਹੈ। ਜਿਹੜੀ ਧੁੱਪਦੀ ਰਹੀ ਤਾਂ ਮੱਚ ਵੀ ਬਹੁਤ ਸੀ ਤੇ ਉਹ ਮੱਚ ਗਿਆ ਮੇਲਾ। ਔਰ ਬੜੀ ਖਲਕਤ ਜਿਹੜੀ ਹੈ ਟੁੱਕ ਰਹੀ ਹੈ ਔਰ ਆ ਰਹੇ ਨੇ, ਬਹੁਤ ਜ਼ਬਰਦਸਤ ਜਾ ਰਹੇ। ਇੱਕ ਤਾਂ ਮੈਂ ਗੱਲ ਕਰਨਾ ਚਾਹੁੰਦਾ, ਇੱਕ बड़ी गल की जाती है, वारिस शाह पंजाबी के शेक्सपीयर हैं या पंजाबी का शेक्सपीयर है। यह गल करनी बंद की जाए। जरा है शेक्सपीयर जरा वही तो वारिस शाह हो सकता इंग्लैंड का। मैं समझना इस तरह तारीफ जी है ना, यह कोई तारीफ नहीं कि वारिस शाह जरा पंजाब का शेक्सपीयर है। यह कलोनीअलिज्म ये मैं जी है बदबू आती है थोड़ी थोड़ी। दूसरा रोमानी शायर भी कहा जाता है, बिल्कुल रोमानी शायर नहीं है वारिस शाह। कोई उन्हें रोमांटिक किस्सा नहीं लिखा है और रोमांटिक किस्सा बिल्कुल नहीं लिखा और सिर्फ हीर रांझे का किस्सा भी नहीं लिखा। यह जी किताब है सिर्फ लिटरेचर की किताब ही नहीं है, यह हिस्टरी की भी किताब है, यह सोसाइटी की भी किताब है, यह फिलासफी की भी किताब है, एंथ्रोपोलॉजी की भी किताब है। यदा जो स्पैन है इस किताब का वादी सिंध तो लैके गंगा जमुना तक जाता है। पूरे शिवालिक दी पहाड़ियां तक जी है यदी पहुँच है। वारिस शाह ने वो जिक्र भी किया, हीर रांझा उत्थे जाते हैं शिवालिक दी पहाड़ियां छुपते हैं जाके और उन्हें बोली भी लिखी। यह जरा ना एक बिल्कुल मुकामी किस्सा है। और मैं थोड़ा जी गल भी कराँगा कि यदा साढ़े जोड़े वसेब है वो अज का जो वसेब है वो की पोलीटिकल रैलीवेंस बनती है। अज क्यों लोड़ है सानू वारिस शाह के किस्से बहुत ज़्यादा पढ़न की, बार बार पढ़न की, बल्कि अगे लैके आना चाहिए है। कुछ साढ़े बड़े दो स्कूल हैं जिन्होंने वारिस शाह को इंटरप्रेट किया गया। एक तो रवायती है ਜਿਹੜੇ ਵਾਰਿस शाह कुरान के मैने ने ਉਹਦੇ ਤੇ रुके। बस यही मैं कह रहा कि दो तीन गल्लां होर ने वो मैं बाद च करांगा जो तुसीं मौका दोगे ना। दो तीन पॉइंट हो गए। अच्छा गल करो ये जो बड़ा स्ट्रिक्ट कोड ऑफ कंडक्ट बना लिया। मैं ये सोच रहा ना कि इदा चीज़ां जेह्ड़ियां ना इंटरैक्टिव भी रहन और रूप च ते की तमसील की है या मतलब बुरी की है। वारिस शाह ने कैसी तमसील लिखी है या केड़े पक्ष ने जेडे दुनिया के जगत बड़े बड़े होर भी शायर ने वारिस शाह के केड़े खास पक्ष ने जिन्हें वजह महान ने और खास तौर पर तमसील वाला मामला है। वारिस शाह बारे गल करनी एक हवाले ना बड़ी सौखी भी है कि वो समंदर हैगा वो जितना किसी का ज़र्फ हैगा इन्ना घुट भर सकता है। और दूजे पासे बड़ी मुश्किल भी है कि वारिस शाह पंजाबी जबान का जिन्ना बड़ा शायर है और दूसरी सदी कबल मसीह तो लैके आज तक बड़ी शायरी बारे बेशुमार गल्लां हुई ने। दुनिया के बड़े 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 नकादा ने यह वंड करने की कोशिश की है कि बड़ी शायरी की होती है। वारिस शाह हर पक्षों उन्होंने मेयारां ते पूरा करता है। कोई रौला नहीं सी अरबी फारसी लफज इस्तेमाल करने का, शुद्ध बोली का रौला नहीं सी। अव्वल हमद खुदाए दा विरद कीजिए, पहला लफज ही फारसी का। वारिस शाह साहब की जिंदगी का साड़ी उम्र नक्श 85 आते वो जिंदगी का लफज वरत रहा, हयाती का वर्त नहीं वरत रहा। जेडे लफज
ਮਾਸ਼ਰੇ ਦੇ ਵਿੱਚ ਪ੍ਰਚਲਿਤ ਹੋ ਚੁੱਕੇ ਸਨ, ਅਰਬੀ ਫਾਰਸੀ ਦੇ ਉਹਨੇ ਖੁੱਲ੍ਹ ਕੇ ਇਸਤੇਮਾਲ ਕੀਤੇ। नहीं मैं थोड़ी जी इस गल के नाल मैं खिलाफ करांगा कि जिंदगी शायरी शायरी उतार और रौं च लिखण दे विच ਉਹਦੀ ਜਿਹੜੀ ਬਹਿਰ ਹੈ ਉਹਦੇ ਵਿੱਚ ਜਿਹੜਾ ਵਜ਼ਨ ਹੈ ਲਫ਼ਜ਼ ਦਾ, ਉਸ ਅਗਰ ਉਹਨੇ ਜ਼ਿੰਦਗੀ ਕਹਿਣਾ ਹੈ ਜਿੱਥੇ ਹਯਾਤੀ ਨਹੀਂ ਕਹੇਗਾ 100 ਵਾਰੀ ਹਯਾਤੀ ਦਾ ਲਫ਼ਜ਼ ਵਾਰਿਸ ਸ਼ਾਹ ਨੇ ਵਰਤਿਆ। ਇਹ ਨਹੀਂ ਕਿ ਉਹਨੇ ਇੱਕ ਜ਼ਿੰਦਗੀ ਵਰਤ ਲਿਆ। ਸ਼ਾਇਰੀ ਦੇ ਵਿੱਚ ਲਫ਼ਜ਼ ਜਿਹੜਾ ਨਾ ਉਹ ਆਪਣੀ ਮੌਜ਼ੂਨੀਅਤ ਨਾਲ ਆ ਰਿਹਾ ਵਾ, ਉਹ ਉਹਦੇ ਵਿੱਚ ਕੋਈ ਇਹ ਕੈਦ ਹੀ ਨਹੀਂ ਹੁੰਦੀ ਕਿ ਉਹਨੇ ਕੋਈ ਮਿੱਥ ਧਾਰ ਕੇ ਮੈਂ ਜ਼ਿੰਦਗੀ ਨਹੀਂ ਆਉਣ ਦੇਣੀ ਵਿੱਚ ਜਾਂ ਹਯਾਤੀ ਨਹੀਂ ਆਉਣ ਦੇਣੀ, ਸ਼ਾਇਦ ਇਸ ਹਵਾਲੇ ਨਾਲ। ਲੇਕਿਨ ਘੜ ਵੀ ਰਿਹਾ ਸੀ, ਸਲੇਟੀ ਤੋਂ ਸਲੇਟੜੀ, ਰਾਂਝੇ ਤੋਂ ਰਾਂਝੜੇ ਅੰਗ ਸੀ ਪੂਰਾ ਇੱਕ ਵਾਰ। ਉਹ ਜਿਹੜਾ ਸਾਰਾ ਸੀ ਨਾ ਉਹ ਪ੍ਰੋਸੈਸ, ਉਹ ਜੋ ਕਲੋਨੀਅਲਿਜ਼ਮ ਆਇਆ ਨਾ, ਔਰ ਅਸਲ ਮੀਆਂ ਸਾਹਿਬ ਨੇ ਬਹੁਤ ਸੋਹਣੀ ਜ਼ੁਬਾਨ ਲਿਖੀ, ਲੇਕਿਨ ਇਹ ਜਿਹੜੇ ਲਫ਼ਜ਼ ਘੜਨ ਦਾ ਅਮਲ ਸੀ ਨਾ ਇਹ ਖਤਮ ਹੋ ਗਿਆ। हाँ बहुत जो बकायदा कह दें कि वारिस शाही जी बुनतर जरा एक स्पैसीफिक वारिस शाह का अंग है जो उन्होंने नाल ही मशहूर हो गया। वैसे तो जिमें बैत के सुल्तान बाहू है, पहाड़ी के मियाँ साहब ने, दूसरे अपने सारे सवाए बाबे नानक या बुल्ले तो इन्होंने जो भी है शाह हुसैन तो, बाकी तो सारे ने एक खास इंज लगता किसी रौं च आके लिखिया, खास बहर चुन ली है, वो ही सारा कथा की है। तो किसिया बहरहाल असीं समझते हैं कि वारिस शाह का जरा एक महान काम है, नो डाउट, इस पर कोई दूजी राय कोई नहीं। तो मैं हुण इन्हां गल्लां नूं जो गल्लां होईयां ने आखिरी डॉक्टर भुट्टा साहब टाइम नहीं जाएगा। एक असी रोज़ाना बल्ब इस्तेमाल करने साढ़े कितने ने भी ये बल्ब ठीक कर लेंगे ना, तो जिंदगी रोज़मर्रा दी शैवां दे बारे में साडा इल्म नहीं है। बेशुमार ऐसे फिजिक्स है, फिजिक्स की बेशुमार शाखा ने दूसरे अलूम दियाँ, और असी अपना बड़ी मुश्किल नाल एक ज़ाविये तक पहुँच सकते हैं। जिंदगी कोले वेखण दी साडी पूरी जनरेशन की मौजूदा 20वीं सदी के तमाम इंसानों की वो सलाहियत ही नहीं है। वारिस शाह जिस दौर में बैठा सी उस ये सलाहियत है सी, उस जमाने का इंसान जो सी उसकी तरबियत भी ऐसी। दूसरा है कि एक बड़ा शहर है वारिस शाह के आसे पासे बेशुमार शहर सन कि जिंदगी में शैवां कंसीव करने की सलाहियत की है। जो वारिस शाह को चीज़ों को कंसीव करने की सलाहियत है सी वो साढ़े को नहीं है। और साड़ी मजबूरी है कि असी अपना शैवां टोटिया ही बैठने। एक जाविये तो किसी ने अपना तबकाती सोच वेख ली है, किसी ने फैमिलिस्ट पहलू वेख लिया, किसी ने तरीकी वेख लिया, लेकिन उस पूरे हुस्न वेखण की सलाहियत जी हैगी वो साढ़े नहीं है। बहुत गल करते हैं, लेकिन यह गल काफ़ी ਜਿਹੜੇ ਇੱਕ ਦੇ ਨਾਂ ਤੇ ਮਹਿਕ ਹੋਏ मंजूर खुदा दे राह दे ने, जिन्ना सदर यकीन तहकीक किया मकबूल दरगाह अल्लाह दे। सदर में सिदक, हाँ सिदक, मतलब यह गल हो रही है। लेकिन मालनाथ जड़ा है जोगी कहता है माला मनकियां विच ज्यों एक धागा तिवें सरब के बीच समा रहा, सबना जिउंदियां विच है जान वांगू, नशा पंग अफीम विच आ रहा है। मतलब प्रीतम ने क्या मैं अज आखा वारिस शाह भगत सिंह का क्या जाने को नहीं वारिस शाह की किताब लैके आओ तो मैं हलफ चुकांगा, मैं बाइबल ते उधम सिंह ने या भगत सिंह का भी मैं सुनिया इस तरह की कोई गल। सवाल है कि जो हीर रांझे का किस्सा है ਉਹਦੇ ਜਿਹੜੇ ਦੋ ਵੱਡੇ ਪ੍ਰੋਟੈਗੋਨਿਸਟ ਜਾਂ ਜੋ ਕਿਰਦਾਰ ਨੇ ਉਹ ਮੁਸਲਮਾਨ, ਰਾਂਝਾ ਵੀ ਔਰ ਹੀਰ। ਲੇਕਿਨ ਜਿਹੜਾ ਕਿੱਸਾ ਹੈ ਹੀਰ ਵਾਰਿਸ ਸ਼ਾਹ ਦਾ ਜਿਹੜਾ ਕਿੱਸਾ ਹੈ ਹੀਰ ਦਾ ਕਿੱਸਾ ਜਿਹੜਾ ਉਹ ਮੁਸਲਮਾਨ ਨਹੀਂ ਹੈਗਾ, ਉਹ ਸੈਕੂਲਰ ਹੈ। ਮਸਲਨ ਜਿੱਥੇ ਉਹ ਕੁਰਾਨ ਸ਼ਰੀਫ ਦੀ ਇਹਨਾਂ ਨੇ ਐਤਿਕ ਹੋਰ ਕੋਈ ਐਲਾਨ ਹੈਗੀ ਸੀ, ਜਿੱਥੇ ਇਹੋ ਜਿਹੀਆਂ ਚੀਜ਼ਾਂ ਆਉਂਦੀਆਂ ਉਹ ਕੁਰਾਨ ਸ਼ਰੀਫ ਕੋਟ ਕਰਦਾ, आयता कोट करता है। तो जिथे जोगी आता है उत्थे पूरा जोगी का जी फिलोसफी है, जोगी की जी वोकैबुलरी है वो पूरी लगे आता है। वारिस शाह दोवें नालों नाल चल रहे हैं बिल्कुल ए। और एक मैं लैन पढ़ना इतने जिथे उन्होंने दोवां नूं इकट्ठा कर दिता, नाले पढ़े कुरान ते दे बांगा, चौके पाउंदा ते संग वजाउंदा है। अद्धी लैन कुरान शरीफ की गल कर रहे, दूजे योग की गल कर रहे
ਇਹ ਜਿਹੜਾ ਸੀ ਨਾ ਕਮਾਲ ਵਾਰਿਸ ਸ਼ਾਹ ਦਾ, ਉਸ ਵੇਲੇ ਇਹ ਕਿੱਸਾ ਲਿਖਿਆ ਗਿਆ। ਰਾਜਾ ਜਿਹੜਾ ਜਾ ਕੇ ਜੋਗੀ ਕੋਲ ਜਾਂਦਾ, ਆਪਣਾ ਕੰਨ ਜਿਹੜਾ ਪੜਵਾਉਂਦਾ, ਉਹ ਸਾਰੇ ਮੁਸਲਮਾਨ ਉਸ ਵੇਲੇ ਜਿਹੜਾ ਸਮਾਜ ਸੀ ਉਹ ਪੜ੍ਹ ਰਿਹਾ ਸੀ। ਉਸ ਸਮਾਜ ਨੇ ਇਸ ਨੂੰ ਐਕਸੈਪਟ ਕੀਤਾ, ਇਸ ਚੀਜ਼ ਨੂੰ ਉਹ ਸਮਾਜ ਨੇ ਐਕਸੈਪਟ ਕੀਤਾ। ਹੀਰ ਦੇ ਹਾਫਜ਼ ਹੋਏ, ਹੀਰ ਘਰ ਘਰ ਜਿਹੜੀ ਹੈਗੀ ਸੀ। ਇਹਦੇ ਬਾਵਜੂਦ ਅੱਜ ਦਾ ਜਿਹੜਾ ਪੰਜਾਬ, ਜਿੱਥੇ ਅਸੀਂ ਵੱਟੇ ਮਾਰ ਮਾਰ ਕੇ ਲੋਕਾਂ ਨੂੰ ਮਾਰ ਰਹੇ ਹਾਂ ਔਰ ਉਸੇ ਤੇਲ ਪਾ ਕੇ ਉਹਨਾਂ ਨੂੰ ਸਾੜ ਰਹੇ ਹਾਂ, ਅੱਜ ਵਾਰਿਸ ਸ਼ਾਹ ਦਾ ਪੰਜਾਬ ਕਿੱਥੇ ਹੈ? 18ਵੀਂ ਸਦੀ ਦਾ ਜਿਹੜਾ ਪੰਜਾਬ ਸੀ ਉਹ ਅੱਜ ਦੇ ਪੰਜਾਬ ਤੋਂ 100 ਗੁਣਾ 250 ਸਾਲ ਪਹਿਲੇ ਦਾ ਪੰਜਾਬ ਚੰਗਾ ਸੀ। ਅੱਜ ਜਿਹੜੇ ਅਸੀਂ ਪੰਜਾਬ 'ਚ ਬੈਠੇ ਹਾਂ, ਇਹ ਬੜਾ ਵੱਡਾ ਸਵਾਲ ਹੈ। ਇਹ ਬੜਾ ਵੱਡਾ ਸਵਾਲ ਹੈ ਕਿ ਅਸੀਂ ਕੀ ਬਣਾ, ਆਪਣੇ ਪੰਜਾਬ ਨੂੰ ਕੀ ਬਣਾਤਾ। ਫਿਰ ਉੱਥੇ ਅਸੀਂ ਵੰਡਾ ਵੀ ਪਾਣ ਜਾ ਰਹੇ ਹਾਂ, ਪੰਜਾਬ ਦੇ ਨਾ ਵੰਡਾ ਵੀ ਪਾਣ ਜਾ ਰਹੇ ਹਾਂ। ਵਾਰਿਸ ਸ਼ਾਹ ਜਿਹੜਾ ਹੈਗਾ ਸਰਾਕੀ ਵਾਲੇ ਨਹੀਂ ਪੜ੍ਹਨਗੇ ਜਾਂ ਕੋਠਵਾਲ ਵਾਲੇ ਨਹੀਂ ਪੜ੍ਹਨਗੇ। ਵਾਰਿਸ ਸ਼ਾਹ ਨੂੰ ਤਾਂ ਪੂਰਾ ਹਿੰਦੁਸਤਾਨ ਪੜ੍ਹ ਰਿਹਾ ਹੈ। ਵਾਰਿਸ ਸ਼ਾਹ ਨੂੰ ਕਿੱਥੋਂ ਡਿਵਾਈਡ ਕਰੋਗੇ ਤੁਸੀਂ? ਅੱਛਾ, ਇੱਕ ਹੋਰ ਜਿਹੜੀ ਗੱਲ ਮੈਂ ਕਰਨਾ ਚਾਹ ਰਿਹਾ, ਇਹਦੇ 'ਚ ਜਿਹੜੀ ਪ੍ਰਧਾਨ ਔਰਤ ਹੈਗੀ, ਪ੍ਰਿਜ਼ਾਈਡਿੰਗ ਔਰਤ ਕਰ ਰਹੀ ਹੈ ਪੂਰੇ ਕਿਸੇ ਦੇ। ਕਿਤਾਬ ਦਾ ਨਾਮ ਹੀਰ ਵਾਰਿਸ ਸ਼ਾਹ ਹੈ। ਹੀਰ ਵਾਰਿਸ ਸ਼ਾਹ, ਰਾਜਾ ਵਾਰਿਸ ਸ਼ਾਹ ਨਹੀਂ ਹੈ। ਕਿਤਾਬ ਹੀ ਜਿਹੜੀ ਫੈਮਿਨਿਜ਼ਮ ਦੀ ਗੱਲ ਹੋ ਰਹੀ ਹੈ ਉਹਦੇ ਵਿੱਚ। ਮੈਂ ਜੋਗੀ ਮੱਤ ਦੀ ਗੱਲ ਕਰ ਰਿਹਾ ਸਾਂ। ਜੋਗੀ ਮੱਤ ਦਾ ਇੱਕ ਹੈਗਾ ਅਸੂਲ ਹੈਗਾ, ਉਹ ਕਹਿੰਦੇ ਨੇ ਸਵਾਨੀ ਜ਼ਨਾਨੀ ਅਸੂਲ, ਵੂਮਨ ਪ੍ਰਿੰਸੀਪਲ ਕਿਹਾ ਜਾਂਦਾ। ਉਹ ਹੈਗਾ ਕਿ ਮਰਦ ਜਿਹੜਾ ਹੈਗਾ ਉਹ ਆਪਣੇ ਅੰਦਰ ਜ਼ਨਾਨੀ ਨੂੰ ਜਗਾਵੇ ਔਰ ਉਹਦੇ ਵਿੱਚ ਇਹ ਚੀਜ਼ ਜਿਹੜੀ ਹੈ, ਇਹ ਕੋਈ ਮਾਰਕਸਿਸਟ ਨੇ ਵੀ ਨਹੀਂ ਕੀਤੀ, ਇਹ ਗੱਲ ਕਿਸੇ ਫੈਮਿਨਿਸਟ ਨੇ ਵੀ ਨਹੀਂ ਕੀਤੀ। ਇਹ ਉਦੋਂ ਆਏਗੀ ਜਦੋਂ ਤੁਸੀਂ ਜੋਗੀ ਮੱਤ ਪੜੋਗੇ। ਜੋਗੀ ਮੱਤ ਜਦੋਂ ਪੜੋਗੇ ਫਿਰ ਆਏਗੀ। ਔਰ ਹੀਰ ਜਿਹੜੀ ਹੈ ਉਹ ਮੈਂ ਕਹਿੰਦਾ ਪ੍ਰਿਜ਼ਾਈਡ ਕਰ ਰਹੀ ਹੈ ਔਰ ਹੀਰ ਆਗੂ ਹੈਗੀ। ਹੀਰ ਕਹਿੰਦੀ ਹੈ ਰਾਜੇ ਨੂੰ ਕਿ ਤੂੰ ਚਾਕ ਬਣ, ਹੀਰ ਨੂੰ ਕਹਿੰਦੀ ਹੈ ਤੂੰ ਜੋਗੀ ਬਣ ਕੇ ਆ। ਜਿਹੜੇ ਫੈਸਲੇ ਨੇ ਉਹ ਹੀਰ ਕਰ ਰਹੀ ਹੈ। ਉਹਦੇ ਵਿੱਚ ਇੱਕ ਬੰਦ ਹੈਗਾ ਵਾਰਿਸ ਸ਼ਾਹ ਦਾ, ਜਿਹਦੇ ਵਿੱਚ ਉਹਨੇ ਬੜਾ ਲੰਬਾ ਬੰਦ ਹੈ, ਜਿਹਦੇ ਵਿੱਚ 33 ਕਿਸਮ ਦੀਆਂ ਔਰਤਾਂ ਗਿਣਵਾਈਆਂ ਨੇ, ਅਪਰ ਕਲਾਸ ਦੀ ਔਰਤ ਤੋਂ ਲੈ ਕੇ ਕੰਜਰੀ ਤੱਕ ਦੀਆਂ, ਇੱਕੋ ਹੀ ਬੰਦ ਦੇ ਵਿੱਚ। ਮਤਲਬ ਉਹ ਇਹ ਵੀ ਦੱਸਣਾ ਚਾਹ ਰਿਹਾ ਹੈ ਵਾਰਿਸ ਸ਼ਾਹ ਕਿ ਔਰਤ ਜਿਹੜੀ ਹੈ ਉਹ ਇੱਕ ਧਿਰ ਹੈਗੀ, ਇੱਕ ਧੜਾ ਹੈ, ਇੱਕ ਪਾਰਟੀ ਹੈ ਜਿਹਦੀਆਂ ਆਪਣੀਆਂ ਗੱਲਾਂ ਹੈਗੀਆਂ ਨੇ ਸਾਰੀਆਂ, ਬੇਸ਼ੁਮਾਰ ਬੰਦ ਹੈਗੇ ਨੇ। ਉਹਦੇ ਵਿੱਚ ਮੈਂ ਦੱਸ ਸਕਦਾ ਮਤਲਬ ਇਹ ਜਿਹੜਾ ਹੈ। ਅੱਛਾ, ਹੁਣ ਜੋਗੀ ਦੀ ਗੱਲ ਕਰਦਾ ਵਾਰਿਸ ਸ਼ਾਹ। ਔਰ ਉਹ ਜਿਹੜਾ ਹੈ ਜਦੋਂ ਜੋਗੀ ਬਾਲਨਾਥ ਨੂੰ ਕਹਿੰਦਾ ਕਿ ਤੂੰ ਕਿਸੇ ਹਰ ਔਰਤ ਨੂੰ ਮਾਂ ਭੈਣ ਸਮਝਣਾ ਔਰ ਇਹ ਮਤਲਬ ਜੋ ਇਸ ਚੱਕਰ ਦੇ ਰਹੇ ਆ, ਉਦੋਂ ਕਹਿੰਦਾ ਕਿ ਮੈਨੂੰ ਨਹੀਂ ਚਾਹੀਦਾ ਜੋ, ਮੈਨੂੰ ਦੱਸ ਕੋਈ ਸ਼ਹਿਰ ਸੁਆਣੀ ਬੁਲਾਵਣੇ ਦਾ। ਉੱਥੇ ਉਹਨੂੰ ਇਹ ਕਹਿੰਦਾ ਮੈਂ ਤੇ ਹੀਰ ਤੇ ਲਈ ਆਇਆ ਵਾਂ। ਮਤਲਬ ਉੱਥੇ ਵਾਰਿਸ ਸ਼ਾਹ ਇਹ ਵੀ ਕਹਿ ਰਿਹਾ ਕਿ ਜੋਗ ਲੈ ਲੈਣਾ ਔਰ ਸੁਨਸਾਨ ਮੰਦਿਰਾਂ 'ਚ ਜਾ ਕੇ ਬੈਠੇ ਰਹਿਣਾ ਥਾਵਾਂ ਦੇ ਉੱਤੇ, ਇਹ ਜੋਗ ਨਹੀਂ ਹੈ। ਤੁਸੀਂ ਸੁਸਾਇਟੀ ਦੇ ਵਿੱਚ ਵਾਪਸ ਆਓ ਔਰ ਆ ਕੇ ਜੋਗ ਨੂੰ ਪ੍ਰੈਕਟਿਸ ਕਰੋ। ਇਹੀ ਗੱਲ ਗੌਤਮ ਬੁੱਧ ਨੇ ਵੀ ਕੀਤੀ ਸੀ, ਇਹੀ ਗੱਲ ਬਾਬਾ ਨਾਨਕ ਵੀ ਕਰਦਾ ਹੈਗਾ ਕਿ ਸਿਰਫ ਜੋਗੀ ਹੋਣਾ ਕਮਾਲ ਨਹੀਂ ਹੈ, ਉਹਨੂੰ ਸੁਸਾਇਟੀ 'ਚ ਆ ਕੇ ਪ੍ਰੈਕਟਿਸ ਕਰਨਾ ਜਿਹੜਾ ਹੈਗਾ ਉਹ ਕਮਾਲ ਹੈ। ਆਖਰੀ ਜਿਹੜੀ ਸਿਰਫ ਇੱਕ ਹੋਰ ਪੁਆਇੰਟ ਹੈਗਾ ਜਿਹੜਾ ਮੈਂ ਜ਼ਰੂਰ ਕਰਨਾ ਚਾਹਾਂਗਾ, ਔਰ ਮੈਂ ਸਮਝਦਾ ਕਿ ਵਾਰਿਸ ਸ਼ਾਹ ਜਿਹੜਾ ਹੈ ਸੀ ਉਹ ਹਿਸਟੋਰੀਅਨ ਸੀ ਔਰ ਉਹਨੇ ਹਿਸਟਰੀ ਦੀ ਗੱਲ ਕੀਤੀ। ਪ੍ਰੋਬਲਮ ਇਹ ਨਹੀਂ ਹੈਗਾ ਕਿ ਮੈਂ ਉਹਦੇ ਵਿੱਚੋਂ ਕੋਈ ਹਿਸਟੋਰੀਅਨ ਕੱਢ ਰਿਹਾ। ਜਿਹੜੇ ਸਾਡੇ ਅੱਜ ਦੇ ਤਾਰੀਖਦਾਨ ਹੈਗੇ ਨੇ, ਜਿਹੜੀਆਂ ਅੰਗਰੇਜ਼ੀ ਦੇ ਵਿੱਚ ਤਾਰੀਖਾਂ ਲਿਖੀਆਂ ਜਾ ਰਹੀਆਂ, ਮੈਂ ਖੁਦ ਜ਼ਾਤੀ ਤੌਰ ਤੇ ਕੁਝ ਹਿਸਟੋਰੀਅਨ ਨੂੰ ਜਾਣਨਾ ਵਾਂ ਜਿਹੜੀ ਪੰਜਾਬ ਦੀ ਤਾਰੀਖ ਲਿਖ ਰਹੇ ਨੇ। ਪੰਜਾਬੀ ਦਾ ਇੱਕ ਲਫ਼ਜ਼ ਨਹੀਂ ਪੜ੍ਹ ਸਕਦੇ, ਅੰਗਰੇਜ਼ੀ ਤੋਂ ਥੱਲੇ ਉਤਰਦੇ ਨਹੀਂ ਹੈ। ਮੇਰਾ ਸਵਾਲ ਸਿਰਫ ਹੈਗਾ, ਮੈਂ ਨਹੀਂ ਕਹਿ ਰਿਹਾ ਕਿ ਜੀ ਉਹਦੇ ਬਗੈਰ ਕੁਝ ਨਹੀਂ ਹੋ ਸਕਦਾ ਵਾਰਿਸ ਸ਼ਾਹ ਦੇ ਬਗੈਰ। ਮੈਂ ਕਹਿੰਦਾ ਜੇ ਤੁਸੀਂ ਪੰਜਾਬ ਦੀ ਤਾਰੀਖ ਲਿਖਣੀ ਹੈ ਤੇ ਵਾਰਿਸ ਸ਼ਾਹ ਨੂੰ ਪੜ੍ਹੇ ਬਗੈਰ, ਬੁੱਲੇ ਸ਼ਾਹ ਨੂੰ ਪੜ੍ਹੇ ਬਗੈਰ, ਸ਼ਾਹ ਹੁਸੈਨ ਨੂੰ ਪੜ੍ਹੇ ਬਗੈਰ, ਬਾਬਾ ਫਰੀਦ ਨੂੰ ਪੜ੍ਹੇ ਬਗੈਰ ਨਹੀਂ ਲਿਖ ਸਕਦੇ ਹੋ, ਨਾਮੁਕੰਮਲ ਹੋਏਗੀ। ਮੈਂ ਛੋਟੀ ਜਿਹੀ ਗੱਲ ਦੱਸਣਾ ਸਿਰਫ ਉਸ ਵੇਲੇ ਦੀ। ਵਾਰਿਸ ਸ਼ਾਹ ਦਾ ਵੇਲਾ ਖਾਸ ਵੇਲਾ ਹੈ ਪੰਜਾਬ ਦਾ। ਪਹਿਲੇ ਜਿਹੜਾ ਅੱਧ 18ਵੀਂ ਸਦੀ ਦਾ ਉਹਦੇ 'ਚ ਬੁੱਲੇ ਸ਼ਾਹ ਬੈਠਾ ਹੈ, ਦੂਜੇ ਅੱਧ ਵਿੱਚ ਕੋਈ 1700
65 ਦੇ ਵਿੱਚੋਂ ਤਖੀਰ ਮੁਕੰਮਲ ਹੋਈ ਸੀ। ਉਹ ਵੇਲਾ ਹੈ ਕਿ ਜਦੋਂ ਅਬਦਾਲੀ ਦੇ ਹਮਲੇ ਮੁੱਕ ਰਹੇ ਨੇ ਔਰ ਜਿਹੜੇ ਸਹਿ ਹਾਕਮਾਂ ਨੇ ਪੰਜਾਬ ਜਿਹੜੇ ਨੇ ਉਹ ਲਾਹੌਰ 'ਚ ਆ ਕੇ ਬੈਠ ਰਹੇ ਨੇ ਔਰ ਜਿਹੜੀ ਲੜਾਈ ਹੋ ਰਹੀ ਸੀ, ਮੈਂ ਵੈਸੇ ਸਿੱਖ ਲੜਾਈ ਨਹੀਂ ਕਰਦਾ, ਮੈਂ ਪੀਪਲਜ਼ ਵਾਰ ਕਰਦਾ। ਉਹ ਜਿਹੜੀ ਪੀਪਲਜ਼ ਵਾਰ ਹੋ ਰਹੀ ਸੀ, ਜਿਹੜੀ ਗੁਰੀਲਾ ਵਾਰ ਹੋ ਰਹੀ ਸੀ, ਉਹ ਜਿੱਤਣ ਦੇ ਉੱਤੇ ਆਈ ਹੋਈ ਹੈ ਔਰ ਸਦੀ ਦੇ ਐਂਡ ਤੇ ਜਾ ਕੇ ਰਣਜੀਤ ਸਿੰਘ ਵੀ ਆ ਜਾਂਦਾ। ਠੀਕ ਹੈ। ਸਿਸਟਮ ਵਾਰਿਸ ਸ਼ਾਹ ਨੇ ਕੀ ਦਿੱਤਾ ਹੈਗਾ, ਉਹੀ ਗੱਲ ਜਿਹੜੀ ਕਿ ਅਸੀਂ ਰੋਮਾਂਟਿਕ ਵਾਲੇ ਨਾਲ ਗੱਲ ਕੀਤੀ ਸੀ, ਉਹਨੇ ਨਵਾਂ ਸਿਸਟਮ ਇਹ ਦਿੱਤਾ ਹੈਗਾ ਕਿ ਦੋ ਇਨਸਾਨ ਆਜ਼ਾਦ ਨੇ। ਆਜ਼ਾਦ ਇਨਸਾਨ ਜਿਹੜੇ ਨੇ ਉਹ ਆਪਣੀ ਮਨ ਮਰਜ਼ੀ ਦਾ ਇੱਕ ਕਲਚਰ, ਆਪਣੀ ਮਨ ਮਰਜ਼ੀ ਦੀ ਜ਼ਿੰਦਗੀ ਗੁਜ਼ਾਰ ਸਕਦੇ ਨੇ। ਉਹਨਾਂ ਦਾ ਜੀਵਨ ਜਿਹੜਾ ਹੈਗਾ ਉਹਦੀ ਕਿਸੇ ਬੰਦੇ ਨੂੰ ਰੁਕਾਵਟ ਨਹੀਂ ਬਣਨਾ ਚਾਹੀਦਾ। ਹਰ ਇਨਸਾਨ ਜਿਹੜਾ ਉਹ ਆਜ਼ਾਦ ਹੈਗਾ। ਇੱਕ ਆਜ਼ਾਦ ਇਨਸਾਨ ਦੀ ਗੱਲ ਕੀਤੀ ਹੈਗੀ ਔਰ ਇੱਕ ਨਵਾਂ ਵੈਲਿਊ ਸਿਸਟਮ ਦਿੱਤਾ ਹੈਗਾ। ਆਜ਼ਾਦ ਇਨਸਾਨ ਦੀ ਅਖਲਾਕੀਅਤ ਕੀ ਹੋਵੇਗੀ? ਉਹ ਅਖਲਾਕੀਅਤ ਇਹ ਹੈਗੀ ਕਿ ਦੋ ਆਜ਼ਾਦ ਇਨਸਾਨਾਂ ਨੂੰ ਜ਼ਿੰਦਗੀ ਦੇ ਗੁਜ਼ਾਰਨ ਦਾ ਹੱਕ ਹੈਗਾ। ਚੌਥਾ ਪਹਿਲੂ ਜਿਹੜਾ ਹੈਗਾ ਉਹ ਆਮ ਤੌਰ ਤੇ ਸਿਆਸੀ ਔਰ ਅਖਲਾਕੀ ਹੈਗਾ, ਜਿਹੜਾ ਦੁਨੀਆ ਦੇ ਵੱਡੇ ਨਕਾਦਾਂ ਨੇ ਦੇਖਿਆ ਹੈਗਾ ਕਿ ਉਹਦੀ ਇੱਕ ਸਿਆਸੀ ਤਸ਼ਰੀਹ ਹੋ ਸਕਦੀ ਹੈ ਕਿ ਹੀਰ ਵਾਰਿਸ ਸ਼ਾਹ ਦੀ ਸਿਆਸੀ ਤਸ਼ਰੀਹ ਬਹੁਤ ਹੀ ਆਸਾਨੀ ਨਾਲ ਹੋ ਸਕਦੀ ਹੈ ਕਿ ਸਿੱਧੀ ਸਾਦੀ ਕਹਾਣੀ ਹੈਗੀ ਕਿ ਰਾਂਝਾ ਜਿਹੜਾ ਉਹ ਵੀ ਕਲਾਸਿਸ ਹੋ ਜਾਂਦਾ ਹੈਗਾ, ਉਹ ਵੀ ਆਪਣੇ ਤਬਕੇ ਨੂੰ ਛੱਡ ਜਾਂਦਾ ਹੈਗਾ, ਹੀਰ ਵੀ ਛੱਡ ਦਿੰਦੀ ਹੈਗੀ ਔਰ ਦੋਨੋਂ ਆਪਣੇ ਤਬਕੇ ਨੂੰ ਛੋੜ ਕੇ ਇੱਕ ਬਹੁਤ ਹੀ ਯੂਨੀਵਰਸਲ ਕਿਸਮ ਦਾ ਵੈਲਿਊ ਸਿਸਟਮ ਲਿਆਉਂਦੇ ਨੇ। ਤਾਂ ਸਿੱਧੀ ਸਾਦੀ ਕਲੀਅਰ ਕੱਟ ਆਪਣਾ ਹੀਰ ਰਾਂਝਾ ਦੀ ਕਹਾਣੀ ਦੇ ਵਾਲੇ ਨਾਲ ਸਾਡੇ ਉਹਨਾਂ ਬਾਅਦ ਪੰਜਾਬੀ ਦੇ ਨਕਾਦੇ ਨੇ ਵੀ ਲਿਖਿਆ ਹੈਗਾ। ਬਲਕਿ ਇਹ ਵੀ ਖੁਸ਼ੀ ਦੀ ਗੱਲ ਹੈਗੀ ਕਿ ਪੰਜਾਬੀ ਉੱਤੇ ਜਿੰਨੀ ਚੰਗੀ ਤਨਕੀਦ ਲਿਖੀ ਗਈ ਹੈ ਅਜੇ ਤੱਕ ਉਹ ਸਾਰੀ ਮਾਰਕਸਿਸਟ ਨਾਲ ਲਿਖੀ ਹੈਗੀ। ਉਹ ਕਿਸ਼ਨ ਸਿੰਘ ਹੋਵੇ, ਸਿੱਖ ਹੋਵੇ ਜਾਂ ਨਜਮ ਸਾਹਿਬ ਹੋਣ, ਤਾਂ ਸਾਰੇ ਮਾਰਕਸਿਸਟਾਂ ਨੇ ਵੀ ਇਸ ਜ਼ਾਵੀਏ ਤੋਂ ਵੇਖਿਆ ਹੈਗਾ। ਇਹ ਨਹੀਂ ਹੈਗਾ ਕਿ ਕਿਸੇ ਜ਼ਾਵੀਏ ਤੋਂ ਵੇਖਣਾ ਗਲਤ ਗੱਲ ਹੈਗੀ। ਹਰ ਰਾਈਟਰ ਦਾ ਹੱਕ ਹੈਗਾ ਕਿ ਕਿਸੇ ਜ਼ਾਵੀਏ ਤੋਂ ਖੜਾ ਹੋ ਕੇ ਵੇਖਦਾ ਹੈਗਾ। ਅਦਬ ਦੇ ਵਿੱਚ ਤਾਂ ਇੰਪੋਰਟੈਂਟ ਉਹ ਹੈਗਾ ਕਿ ਜਿਸ ਨੇ ਜਿਸ ਜ਼ਾਵੀਏ ਤੋਂ ਖੜੇ ਹੋ ਕੇ ਵੇਖਿਆ ਹੈਗਾ, ਕਿੰਨੀ ਬਾਰੀਕੀ ਨਾਲ, ਕਿੰਨੀ ਵਜ਼ਾਹਤ ਦੇ ਨਾਲ ਔਰ ਕਿੰਨੀ ਖੂਬਸੂਰਤੀ ਨਾਲ ਵੇਖਿਆ ਹੈਗਾ। ਤਾਂ ਇਸ ਹਵਾਲੇ ਨਾਲ ਹੀ ਪੰਜਾਬੀ ਦੇ ਵਿੱਚ ਬਹੁਤ ਕੁਝ ਲਿਖਿਆ ਗਿਆ ਹੈਗਾ। ਹੀਰ ਵਾਰਿਸ ਸ਼ਾਹ ਤੁਸੀਂ ਅਗਰ ਕਲਾਸ ਸਟੱਡਾ ਦੇ ਹਵਾਲੇ ਨਾਲ ਪੜ੍ਹਦੇ ਹੈਗੇ ਹੋ, ਇੱਕ ਤਬਕਾਤੀ ਫਿਕਰ ਦੇ ਹਵਾਲੇ ਨਾਲ ਪੜ੍ਹਦੇ ਹੈਗੇ ਹੋ, ਡਾਇਲੈਕਟੀਕਲ ਮਟੀਰੀਅਲਿਜ਼ਮ ਦੇ ਹਵਾਲੇ ਨਾਲ ਵੇਖਦੇ ਹੈਗੇ ਹੋ, ਤੇ ਹੀਰ ਵਾਰਿਸ ਸ਼ਾਹ ਪੂਰੀ ਕਹਾਣੀ ਜਿਹੜੀ ਹੈਗੀ ਕਿ ਰਾਂਝਾ ਪਹਿਲੇ ਦਿਨ ਹੀ ਉਹ ਸਿਸਟਮ ਨੂੰ ਤਜਦਾ ਹੈਗਾ, ਸਿਸਟਮ ਨੂੰ ਚੈਲੰਜ ਕਰਦਾ ਹੈਗਾ। ਜਿੱਥੇ ਪਟਵਾਰੀ ਰਿਸ਼ਵਤ ਦਿੰਦਾ ਹੈਗਾ, ਵਿਰਾਜ ਅਗਲੇ ਐਕਸਟ੍ਰੈਕਟ ਕਰਦੇ ਨੇ, ਮੌਲਵੀ ਨਾਲ ਮੁਲਾਕਾਤ ਹੈਗੀ ਤਾਂ ਮੌਲਵੀ ਨੇ ਐਕਸਪਲਾਈਟ ਕਰਦਾ ਹੈ, ਦੱਸਦਾ ਹੈਗਾ ਕਿ ਜਿਹੜੇ ਮਜ਼ਹਬੀ ਰਹਿਨੁਮਾ ਨੇ ਜਾਂ ਇਹ ਮਜ਼ਹਬੀ ਇਦਾਰਾ ਹੈਗਾ ਕਿਸ ਤਰੀਕੇ ਨਾਲ ਇਹ ਇਨਸਾਨੀ ਅਕਦਾਰ ਦੇ ਵਿੱਚ ਰੁਕਾਵਟ ਹੈਗਾ, ਜਾਂ ਲੁੱਟਣ ਨਾਲ ਮੁਲਾਕਾਤ ਹੁੰਦੀ ਹੈ ਤਾਂ ਕਿਸ ਤਰੀਕੇ ਨਾਲ ਇੱਕ ਸਰਮਾਇਆਦਾਰੀ ਸੋਚ ਰੱਖਣ ਵਾਲਾ ਬੰਦਾ ਹੈਗਾ ਉਹ ਕਿਸ ਤਰੀਕੇ ਨਾਲ ਦੂਸਰੇ ਇਨਸਾਨਾਂ ਨੂੰ ਇਨਸਾਨ ਨਹੀਂ ਸਮਝਦਾ। ਜਾਂ ਉਸ ਤੋਂ ਬਾਅਦ ਜੰਗ ਦਾ ਜਿਹੜਾ ਮਾਹੌਲ ਹੈਗਾ ਕਿ ਉਹਦੇ ਵਿੱਚ ਇੱਕ ਫਿਊਡਲ ਕਲਚਰ ਦੇ ਵਿੱਚੋਂ ਕਿਸ ਤਰੀਕੇ ਨਾਲ ਹੀਰ ਉਹਦੇ ਖਿਲਾਫ ਰਜਿਸਟ ਕਰਦੀ ਹੈਗੀ ਜਾਂ ਬਾਅਦ ਵਿੱਚ ਆਪਣਾ ਨਾਂ ਖਾਂਦਾ ਹੈਗਾ। ਤਾਂ ਪੂਰੀ ਕਹਾਣੀ ਨੂੰ ਬਹੁਤ ਆਸਾਨੀ ਨਾਲ ਜਿੰਨੀ ਮਾਰਕਸਿਸਟ ਇੰਟਰਪ੍ਰੀਟੇਸ਼ਨ ਹੀਰ ਵਾਰਿਸ ਸ਼ਾਹ ਦੀ ਮੁਮਕਿਨ ਹੈਗੀ ਔਰ ਹੀਰ ਵਾਰਿਸ ਸ਼ਾਹ ਦਾ ਮਤਨ ਸਾਫ਼ ਜਾਂਦਾ ਹੈਗਾ, ਬਾਕੀ ਜਿੱਦਾਂ ਸਾਡਾ ਕਲਾਸਿਕ ਹੈਗਾ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਹੈ। ਬੁੱਲੇ ਸ਼ਾਹ ਦੇ ਕੋਲ ਵੀ ਕਦਮ ਕਦਮ ਤੇ ਮੈਟਾਫਿਜ਼ਿਕਸ ਆਉਂਦੀ ਹੈਗੀ, ਲੇਕਿਨ ਵਾਰਿਸ ਸ਼ਾਹ ਬਹੁਤ ਸਪੋਰਟਿੰਗ ਹੈਗਾ ਮਾਰਕਸਿਸਟ ਆਈਡੀਆਲੋਜੀ ਦੀ ਇੰਟਰਪ੍ਰੀਟੇਸ਼ਨ ਵਾਸਤੇ। ਤਾਂ ਸੋ ਆਪਣਾ ਦੀ ਇੱਕ ਤਬਕਾਤੀ ਵੀ ਹੈ। ਇਸ ਦੇ ਇਲਾਵਾ ਵੀ ਬੇਸ਼ੁਮਾਰ ਪਹਿਲੂ ਨੇ। ਜਦੋਂ ਅਸੀਂ ਆਪਣਾ ਇਲੈਗਰੀ ਕਹਿੰਦੇ ਹੈਗੇ ਹਾਂ ਤਾਂ ਮੈਂ ਸਮਝਦਾ ਕਿ ਵਾਰਿਸ ਸ਼ਾਹ ਸਾਹਿਬ ਨੇ ਅਜ਼ੀਮ ਤਫਸੀਰ ਲਿਖੀ ਹੈਗੀ ਔਰ ਸਾਨੂੰ ਉਸ ਤਰ੍ਹਾਂ ਜ਼ਰੂਰ ਪੜ੍ਹਨਾ ਚਾਹੀਦਾ ਹੈ, ਕਿਉਂਕਿ ਅੱਜ ਕੱਲ੍ਹ ਟੈਕਸਟ ਕ੍ਰਿਟਿਸਿਜ਼ਮ ਦਾ ਹੀ ਰਿਵਾਜ ਆ ਗਿਆ ਹੈਗਾ ਕਿ ਟੈਕਸਟ ਇੰਪੋਰਟੈਂਟ ਹੈਗਾ ਨਾ ਕਿ ਥਿਊਰੀਆਂ ਇੰਪੋਰਟੈਂਟ ਨੇ। ਤਾਂ ਵਾਰਿਸ ਸ਼ਾਹ ਦੇ ਬੇਸ਼ੁਮਾਰ ਮਿਸਰੇ ਐਸੇ ਨੇ ਕਿ ਜਿਹੜੇ ਸਾਨੂੰ ਬੇਸ਼ੁਮਾਰ ਨਵੀਂ ਡਾਇਰੈਕਸ਼ਨਾਂ ਦਿੰਦੇ ਨੇ। ਸੋ ਇੱਕ ਪੰਜਾਬੀ ਵਾਰਿਸ ਸ਼ਾਹ ਦੇ ਕਈ ਡਾਇਮੈਂਸ਼ਨ ਨੇ ਔਰ ਉਹਦੀ ਪੂਰੀ ਕਿਤਾਬ ਜਿਹੜੀ ਹੈਗੀ ਬਸ ਇੱਕ ਡਾਇਮੈਂਸ਼ਨ ਪੜ੍ਹੀ ਜਾਵੇ ਉਹਦਾ ਮਤਲਬ ਉਸਦਾ ਸਾਥ ਦਿੰਦਾ। ਬਹੁਤ ਮਿਹਰਬਾਨੀ। ਬਾਕੀ ਗੱਲਾਂ ਪੁੱਛ ਰਹੇ ਲਿਖੀ ਗਈ ਹੈਗੀ, ਸਿੰਧੀ ਵਿੱਚ ਵੀ ਲਿਖੀ ਗਈ ਹੈਗੀ, ਹਿੰਦੀ ਵਿੱਚ ਵੀ ਲਿਖੀ ਗਈ ਹੈਗੀ, ਰਾਜਸਥਾਨੀ ਵਿੱਚ ਵੀ ਹੀਰ ਦੀ ਕਹਾਣੀ ਲਿਖੀ ਗਈ ਹੈਗੀ ਔਰ ਇਹਦਾ ਘੇਰਾ ਬਹੁਤ ਵਸੀਹ ਹੈਗਾ। ਇੱਕ ਹੀਰ ਦੀ ਕਹਾਣੀ ਦੇ ਵਿੱਚ ਖਾਸ ਤੌਰ ਤੇ ਮੱਝਾਂ ਦੇ ਹਵਾਲੇ ਨਾਲ ਪਰੀਆਰੀਅਨ ਜਿਹੜੀ ਵਿਜ਼ਡਮ ਹੈਗੀ ਉਹ ਰੈਜ਼ਿਸਟੈਂਸ ਦੀ ਥੀਮ ਜਿਹੜਾ ਹੈਗਾ ਕਿਸੇ ਨਾ ਕਿਸੇ ਜ਼ਾਵੀਏ ਨਾਲ ਆਉਂਦਾ ਹੈਗਾ। ਤਾਂ ਸੋ ਵਾਰਿਸ ਸ਼ਾਹ ਸਾਹਿਬ ਦੇ ਕਹਾਣੀ ਬਾਰੇ ਜਾਂ ਹੀਰ ਦੀ ਬਾਰੇ ਕੋਈ ਫਤਵਾ ਦੇਣਾ ਮੇਰਾ ਖਿਆਲ ਹੈ ਪੰਜਾਬੀ ਦਾ ਸਮਾਜ ਥੋੜਾ ਜਿਹਾ ਹੁਣ ਅੱਗੇ ਸਿਰ ਗਿਆ ਹੈਗਾ।
साढ़े शहर बहुत बड़े ने और बहुत बड़ी बैड लक हैगी कि दुनिया के किसी भी बड़े शहर खास तौर पर साढ़े सामने के बाकी शेक्सपियर वगैरह या अपना फिरदौसी छोड़ के शाह अब्दुल लतीफ के उत्ते भी कुछ ना कुछ लोगों ने काम की कोशिश की है पर जिन्ना वारिस शाह साढ़े पंजाबियों को बड़ा शहर से असी उसकी अजमत को पूरे तरीके बयान नहीं कर सके एक जाविये उत्ते बहुत कुछ लिखण की लोड़ है बल्कि एक विसरा उसका इतना जानदार एक कलम ग्रेट इलेगरीज लिखिया गई ने साढ़े को बहुत ही करीब तरीन का मैगरी के शहर वारिस शाह साहब मैं समझना एक इस वास्ते नहीं कि मैं पंजाबी का स्टूडेंट है या पंजाब के रहने वाला मैं भी अपना मस्टरी मौला रूम की तरह हीर वारिस शाह ने ग्रेट इलेगरी है अजीम तमसील समझना तमसील के जी बुनियादी गल्लां होंदियां ने तो ये कि सब तो पहली चीज हैगी कि शायर एक सीधी सादी कहानी लिखता है अगे प्रोफेसर जुबैर साहब ने आगाज ही कह दिता है कि वारिस शाह ने रोमांस नहीं लिखा वारिस शाह ने रोमानी कहानी ही ऐसी रोमांटिक टेल ऐसी कि जिसको उसने नज़म किया है हीर और रांझा दो इंसान ने उन्होंने आपस में मोहब्बत है रांझा जड़ा वो अपने टारगेट तक एक इंसान तक पहुंचना चाहता है लेकिन साढ़े समाज के खुल नहीं हैगी कि उन्होंने दो दिलों को मन मर्जी जिंदगी गुजारने का मौका दें इन्होंने दो दिलों के दरमियान रुकावट है कैदो है काजी है मुला है फ्यूडल सिस्टम है एक फिदरी मुआशरा है कि जड़ा नहीं चाहता कि दो इंसान अपनी मर्जी का फैसला कर सके और मनमानी जिंदगी गुजार सके इंपॉर्टेंट पहलू होंगे और रूहानी होंगे कि कोई भी तमसील जी है वारिस शाह साहब ने आप ही कई थावां ते प्राइड लिया पंजाबी का वैध शायर है बाबिया साढ़िया जो प्राइड लेंदा है मैं शायर है कोई शायर का कमाल ये नहीं कोई हिस्टोरियन बन जाए हिस्टरी एक पहलू है एक मिसाला है इस तो बाद कुछ नहीं है आर्ट वड्डी चीज़ हैगी और आर्ट के निक्के निक्के मिसाले होंगे ने जिन्होंने असी लैके अपनी मन मानिया तशरीह कर लेंगे वारिस शाह साहब ने जो आख्या है कि कुरान मजीद के माने ने जेडे शेर मी वारिस शाह दे ने हीर रूह ते उन्हें हर तमसील निगार अपनी चाबी देंदा है कि मेरी किताब में इस तरह पढ़ो वारिस शाह साहब ने भी अपनी चाबी दी है कि हीर रूह ते चाह कलबूत जानो बाल ना ते पीर बनाए कह दो लंगा शैतान मलोन जानो जिस वेच दीवान पढ़ा जाए तो बाकी पूरे 10-12 मिसरे लिखे ने और उन दसिया कि मेरी किताब में इस तरफ लो तो सो वारिस शाह जिस डिसिपलिन का बंदा से जिस माहौल का बंदा से तो हीर वारिस शाह की कहानी ना मैटाफिजिक्स की निगेशन हो सकती हैगी और ना ही रूहानी निज़ाम की हो सकती हैगी कोई करना चाहे तो मेरा ख्याल नहीं है कि वह कभी भी हक अदा कर सके दूसरा दुनिया की तमसीलों के तीसरा पहलू होंगे अखलाकी तलीम अखलाकी तलीम तो मुराद ये वैसे ही अपना लिटरेचर के स्टूडेंट बैठे ने काफ़ी सारे जीसी यूनिवर्सिटी फैसलाबाद के बच्चे बैठे ने साढ़े को जो आम तौर पर मिस इंटरप्रेट किया गया ना अखलाकियात में अदबी अखलाकियात और नज़मी अखलाकियात दो वक् शहर ये पुराने जमाने तो साहबाब तो शहजाद अहमद उसने थोड़े बहुत कुछ 4-5 सफ़े लिखे सन किसी जमाने हुई मुतासर सी पंजाबी तो शहजाद भी उन्हें चंद एक लाइना लिखियां फिर छोड़ गया